हेलो एवरीवन वेलकम और वेलकम बैक टू माय चैनल बीए ਸਮੈਸਟਰ 2 इंग्लिश इलैक्टिव ਦਾ ਨੋਵੇਲਾ ਸਟਾਰਟ ਕਰਾਂਗੇ ਦਾ 올ਡ ਮੈਨ ਐਂਡ ਦ ਸੀ ਅਰਨੈਸਟ ਹੈਮਿੰਗਵੇ ਦਾ ਲਿਖਿਆ ਹੋਇਆ ਬਹੁਤ ਹੀ ਇੰਪੋਰਟੈਂਟ ਨੋਵੇਲਾ ਹੈ। ਨੋਵੇਲਾ ਨੋਵਲ ਤੋਂ ਛੋਟਾ ਹੁੰਦਾ ਹੈ ਲੇਕਿਨ ਸ਼ਾਰਟ ਸਟੋਰੀ ਤੋਂ ਵੱਡਾ ਹੁੰਦਾ ਹੈ। ਠੀਕ ਹੈ, ਕਰੈਕਟਰਸ ਦੇ ਵਿੱਚ ਵੀ ਹੁੰਦੇ ਨੇ ਲੇਕਿਨ ਐਨੇ ਨਹੀਂ ਹੁੰਦੇ ਜਿੰਨੇ ਨੋਵਲ 'ਚ ਹੁੰਦੇ। ਨੋਵਲ ਦੇ ਵਿੱਚ ਕਾਫੀ ਲੰਬੀ ਸਟੋਰੀ ਤੇ ਕਰੈਕਟਰਸ ਹੁੰਦੇ ਨੇ। ਤੇ ਨਾਲ ਹੀ ਦੋਸਤੋ ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਆ ਕਰੋ ਤੇ ਚੈਨਲ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਬੀਏ ਸਮੈਸਟਰ 2 4 ਅਤੇ 6 ਦੇ ਵਿਦਿਆਰਥੀਆਂ ਦੇ ਨਾਲ, ਕਿਉਂਕਿ ਮੈਂ ਆਪਣੇ ਚੈਨਲ ਦੇ ਉੱਤੇ ਸਭ ਤਰ੍ਹਾਂ ਦੀ ਤਿਆਰੀ ਕਰਵਾ ਰਹੀ ਹਾਂ। ਦੂਜੀ ਗੱਲ ਹੈਗੀ ਹੈ ਕਿ ਦੋਸਤੋ ਪ੍ਰੈਸ਼ਰਾਈਜ਼ ਨਾ ਕਰਿਆ ਕਰੋ ਕਿ ਮੈਮ ਤੁਸੀਂ ਇਹ ਨਹੀਂ ਪਾ ਰਹੇ, ਮੈਮ ਤੁਸੀਂ ਸਾਡਾ ਨਹੀਂ ਪਾ ਰਹੇ। ਦੇਖੋ ਇੰਪੋਰਟੈਂਟ ਕੁਐਸਚਨ ਵੀ ਇੰਪੋਰਟੈਂਟ ਹੈ, ਇਕੱਲੀ ਤੁਸੀਂ ਇੰਗਲਿਸ਼ ਲਿਟਰੇਚਰ ਤਾਂ ਨਹੀਂ ਕਰਨੀ ਹੈਗੀ ਹੈ ਨਾ, ਹੋਰ ਵੀ ਸਬਜੈਕਟ ਦੇ ਇੰਪੋਰਟੈਂਟ ਕੁਐਸਚਨ ਤਾਂ ਤੁਹਾਨੂੰ ਚਾਹੀਦੇ ਨੇ। ਠੀਕ ਹੈ, ਸੋ ਇਸ ਕਰਕੇ ਹੋਰਾਂ ਬੱਚਿਆਂ ਦੇ ਵੀ ਹੋਰਾਂ ਸਮੈਸਟਰ ਦੇ ਵੀ ਮੈਨੂੰ ਇੰਪੋਰਟੈਂਟ ਕੁਐਸਚਨ ਪਾਉਣੇ ਜ਼ਰੂਰੀ ਹੈ। ਸੋ ਜਿੰਨਾ ਕੁ ਵੀ ਹੁੰਦਾ ਹੈਗਾ, ਮੇਰਾ ਥਰੋਟ ਖਰਾਬ ਹੈਗਾ ਤਾਂ ਵੀ ਮੈਂ ਤੁਹਾਨੂੰ ਕਰਵਾ ਰਹੀ ਹਾਂ, ਲੇਕਿਨ ਪ੍ਰੈਸ਼ਰਾਈਜ਼ ਨਾ ਕਰਿਓ ਨਹੀਂ ਤਾਂ ਵੀਡੀਓ ਆਉਣੇ ਬੰਦ ਹੋ ਜਾਣਗੇ, ਸਪੈਸ਼ਲੀ ਉਸ ਸਬਜੈਕਟ ਦੇ ਜਿਸ ਦੇ ਤੁਸੀਂ ਪ੍ਰੈਸ਼ਰ ਕਰ ਰਹੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਸਮਰੀ ਅਤੇ ਥੀਮ ਆਫ ਨੋਵੇਲਾ। ਦੇਖੋ ਸਮਰੀ ਅਤੇ ਥੀਮ ਆਫ ਨੋਵੇਲਾ ਦੇ ਵਿੱਚ ਕੀ ਹੈਗਾ ਕਿ ਕੋਈ ਵੀ ਕੁਐਸਚਨ ਆ ਜਾਏ ਵੈਸੇ ਤਾਂ ਥੀਮ ਆਏਗਾ, ਮੇਨ ਵਿਊਜ਼ ਆਉਣਗੇ। ਠੀਕ ਹੈ, ਥੀਮ ਆਫ ਯੂਥ ਹੁੱਡ ਦਾ ਕੁਛ ਵੀ ਆ ਸਕਦਾ, ਤਾਂ ਮਤਲਬ ਆਪਾਂ ਨੇ ਇਹੀ ਕੁਐਸਚਨ ਅਟੈਂਪਟ ਕਰਕੇ ਆਉਣਾ। ਬਾਕੀ 4-5 ਲਾਈਨਾਂ ਜਿਹੜੀਆਂ ਮੈਂ ਸ਼ਾਰਟ ਜਿਹੜੀਆਂ ਤੁਹਾਨੂੰ ਕਰਵਾਵਾਂਗੀ ਐਂਡ ਦੇ ਵਿੱਚ ਕਿ ਤੁਸੀਂ ਥੀਮ ਦੇ ਵਿੱਚ ਇਹ ਉੱਪਰ ਐਡ ਕਰ ਸਕਦੇ ਹੋ, ਲੇਕਿਨ ਅਗਰ ਤੁਸੀਂ ਇੱਦਾਂ ਵੀ ਲਿਖੋਗੇ ਤਾਂ ਇੱਦਾਂ ਵੀ ਬੈਸਟ ਹੈ। The Old Man and the Sea is a novella written by Ernest Hemingway. Ernest Hemingway ਦਾ ਲਿਖਿਆ ਹੋਇਆ ਨੋਵੇਲਾ ਹੈ। He was very famous American novelist. American novelist ਹੋਏ ਨੇ, ਬਹੁਤ ਫੇਮਸ ਸਟੋਰੀ ਰਾਈਟਰ ਹੋਏ ਨੇ ਐਂਡ ਜਰਨਲਿਸਟ ਵੀ ਹੋਏ ਨੇ। The Old Man and the Sea was written in 1951 and published in 1952. ਦੇਖੋ 1951 'ਚ ਲਿਖਿਆ ਗਿਆ, 1952 'ਚ ਪਬਲਿਸ਼ ਹੋਇਆ। This is an epic of struggle between the old man fisherman Santiago and a big fish Marley। ਤਾਂ ਇੱਕ ਸਟਰਗਲ ਦੀ ਸਟੋਰੀ ਹੈਗੀ ਹੈ, ਇਹਦੇ ਵਿੱਚ ਜ਼ਿਆਦਾ ਕੋਈ ਕਰੈਕਟਰ ਨਹੀਂ ਹੈ, ਸਿਰਫ ਔਰ ਸਿਰਫ ਇੱਕ ਬਜ਼ੁਰਗ ਆਦਮੀ ਆ ਔਰ ਇੱਕ ਜਿਹੜਾ ਹੈਗਾ ਲੜਕਾ, ਅੱਗੇ ਮੈਂ ਤੁਹਾਨੂੰ ਨਾਮ ਦੱਸਾਂਗੀ ਦਾ। ਤਾਂ ਸੈਂਟਿਆਗੋ ਜਿਹੜਾ ਹੈ ਬਜ਼ੁਰਗ ਆਦਮੀ, ਉਹ ਇੱਕ ਫਿਸ਼ਰਮੈਨ ਹੁੰਦਾ ਹੈ, ਮਛੁਆਰਾ ਹੁੰਦਾ ਹੈ, ਅਤੇ ਉਸਦੀ ਜਿਹੜੀ ਹੈ ਉਹ ਬਹੁਤ ਵੱਡੀ 18 ਫੁੱਟ ਦੀ ਜਿਹੜੀ ਮਾਰਲਿਨ ਹੈਗੀ ਹੈ ਉਹ ਫੜ ਲੈਂਦਾ ਹੈਗਾ। ਦੋਨਾਂ ਦਾ ਆਪਸ 'ਚ ਸਟਰਗਲ ਚੱਲ ਰਿਹਾ ਹੁੰਦਾ ਹੈ। ਇਸ ਨੂੰ ਇਹ ਹੁੰਦਾ ਕਿ ਮੈਨੂੰ ਜਿਹੜਾ ਹੈਗਾ ਲੂਜ਼ਰ ਕਹਿੰਦੇ ਨੇ ਅਤੇ ਮੈਨੂੰ ਚੰਗਾ ਫਿਸ਼ਰਮੈਨ ਨਹੀਂ ਮੰਨਦੇ ਹੈਗੇ, ਤਾਂ ਮੈਂ ਉਸਨੂੰ ਪਕੜ ਕੇ ਲੈ ਕੇ ਜਾਊਂਗਾ ਅਤੇ ਉਹਨਾਂ ਨੂੰ ਦਿਖਾਵਾਂਗਾ ਕਿ ਮੇਰੇ 'ਚ ਕਿੰਨੀਆਂ ਸਕਿੱਲਸ ਹਨ। ਲੇਕਿਨ ਜਿਹੜੀ ਹੁੰਦੀ ਹੈ ਮਾਰਲਿਨ ਫਿਸ਼, ਉਹ ਆਪਣੀ ਜੱਦੋਜਹਿਦ ਆਪਣੇ ਆਪ ਨੂੰ ਬਚਾਉਣ ਲਈ ਤੜਫਦੀ ਹੈਗੀ, 18 ਫੁੱਟ ਦੀ ਹੁੰਦੀ ਹੈ, ਜਦਕਿ ਇਸ ਤੋਂ ਕਿੰਨੀ ਵੱਡੀ ਬਜ਼ੁਰਗ ਆਦਮੀ ਤੋਂ ਕਿੰਨੀ ਡਬਲ ਜਿਹੜੀ ਹੁੰਦੀ ਹੈ, ਟ੍ਰਿਪਲ ਉਹ ਹੁੰਦੀ ਹੈ। ਦੋਨਾਂ ਦੇ ਸਟਰਗਲ ਦੀ ਜਿਹੜੀ ਹੈਗੀ ਇਹਦੇ ਵਿੱਚ ਸਟੋਰੀ ਹੈ, ਗਾਥਾ ਹੈ। ਦ ਓਲਡ ਫਿਸ਼ਰਮੈਨ ਸੈਂਟਿਆਗੋ ਵਾਜ਼ ਆ ਸੀਜ਼ਨਡ ਫਿਸ਼ਰਮੈਨ। ਤਾਂ ਇੱਕ ਸੀਜ਼ਨਡ ਫਿਸ਼ਰਮੈਨ ਹੁੰਦਾ ਹੈਗਾ ਮੌਸਮੀ। ਹੀ ਯੂਜ਼ ਟੂ ਫਿਸ਼ ਇਨ ਗੁਲਫ ਸਟਰੀਮ ਨੀਅਰ ਦ ਕੋਸਟ ਆਫ ਕਿਊਬਾ। ਕਿਊਬਾ ਦੇ ਕਿਨਾਰੇ, ਕਿਊਬਾ ਹੁੰਦਾ ਕਿਊਬਾ ਦੇਸ਼ ਦਾ ਨਾਮ ਹੈ, ਕੋਸਟ ਦਾ ਮਤਲਬ ਤੱਟ। ਠੀਕ ਹੈ, ਤੱਟ ਦੇ ਕਿਨਾਰੇ। ਠੀਕ ਹੈ, ਗੁਲਫ ਸਟਰੀਮ ਦੇ ਵਿੱਚ ਜਿਹੜਾ ਹੈਗਾ ਉਹ ਗੁਲਫ ਦੀ ਖਾੜੀ ਦੇ ਵਿੱਚ ਜਿਹੜਾ ਹੈ ਫਿਸ਼ਿੰਗ ਕਰਨ ਜਾਂਦਾ ਸੀ। ਹੀ ਫੇਲ ਟੂ ਕੈਚ ਐਨੀ ਫਿਸ਼ ਫॉर ਦ ਲਾਸਟ 84 ਡੇਜ਼। 84 ਦਿਨ ਤੱਕ ਦੇਖੋ ਉਸਦੇ ਕੋਲੇ ਕੋਈ ਵੀ ਉਸ ਤੋਂ ਫਿਸ਼ ਪਕੜੀ ਨਹੀਂ ਗਈ। ਹੀ ਵਾਜ਼ ਡਿਕਲੇਅਰਡ ਅਨਲਕੀ ਫॉर ਅਦਰ ਫਿਸ਼ਰਮੈਨ ਆਫ ਦਾ ਲੋਕੈਲਿਟੀ। ਤਾਂ ਬਾਕੀ ਦੇ ਲੋਕੈਲਿਟੀ ਦੇ ਜਿਹੜੇ ਫਿਸ਼ਰਮੈਨ ਸੀ, ਮਛੁਆਰੇ ਸੀ, ਉਸ ਨੂੰ ਅਨਲਕੀ, ਲੂਜ਼ਰ ਕਹਿਣ ਲੱਗ ਗਏ। ਅ ਯੰਗ ਮੈਨ ਮਾਨੋਲਿਨ। ਤਾਂ ਇੱਕ ਯੰਗ ਛੋਟਾ ਜਿਹਾ ਬੱਚਾ ਹੁੰਦਾ ਮਾਨੋਲਿਨ, ਇੱਕ ਉਹਦੇ ਕੋਲ ਅਪਰੈਂਟਿਸ ਦਾ ਕੰਮ ਕਰ ਲੈਂਦਾ। ਛੋਟੇ ਹੁੰਦੇ ਤੋਂ ਹੀ ਉਹਦੇ ਕੋਲ ਜਿਹੜਾ ਹੈ ਫਿਸ਼ਿੰਗ ਸਿੱਖਣ ਦਾ ਕੰਮ ਉਹਦੇ ਪੇਰੈਂਟਸ ਉਸਦੇ ਕੋਲ ਭੇਜ ਦਿੰਦੇ ਨੇ। ਠੀਕ ਹੈ, ਤਾਂ ਉਹਦੇ ਕੋਲ ਉਹ ਰਹਿੰਦਾ ਹੁੰਦਾ ਹੈ, ਉਸਦੇ ਨਾਲ ਕੰਮ ਕਰਦਾ ਹੁੰਦਾ ਮਾਨੋਲਿਨ। ਬਟ ਕੰਟੀਨਿਊਸਲੀ ਫੇਲਿਅਰ ਇਨ ਕੈਚਿੰਗ ਅ ਫਿਸ਼ ਇਨਫਲੂਐਂਸਡ ਅ ਮਾਈਂਡ ਆਫ ਦ ਪੇਰੈਂਟਸ ਆਫ ਮਾਨੋਲਿਨ। ਤਾਂ ਕਿਉਂਕਿ ਇੰਨੇ ਦੇਰ ਤੋਂ ਫਿਸ਼ ਨਹੀਂ ਸੀ ਪਕੜੀ ਜਾ ਰਹੀ, ਮਹੀਨੇ ਹੀ ਹੋ ਗਏ ਸੀਗੇ, ਤਾਂ ਇਸ ਕਰਕੇ ਜਿਹੜਾ ਹੈ ਉਹਦੇ ਪਾਪਾ ਮੰਮੀ ਨੂੰ ਵੀ ਜਿਹੜਾ ਹੈ ਪ੍ਰਭਾਵਿਤ ਹੋ ਗਏ ਸੀਗੇ। ਉਹਨਾਂ ਦਾ ਮਾਇੰਡ ਜਿਹੜਾ ਸੀਗਾ ਡਾਇਵਰਟ ਹੋ ਗਿਆ ਸੀ ਕਿ ਮਾਨੋਲਿਨ ਵੀ ਜਦੋਂ ਉਸ ਤੋਂ ਫਿਸ਼ ਪਕੜੀ ਨਹੀਂ ਜਾ ਰਹੀ ਹੈਗੀ ਸੈਂਟਿਆਗੋ ਤੋਂ, ਤਾਂ ਉਹ ਮਾਨੋਲਿਨ ਨੂੰ ਕਿੱਦਾਂ ਸਿਖਾਉਣਗੇ। ਠੀਕ ਹੈ, ਸੋ ਆਲਦੋ ਮਾਨੋਲਿਨ ਕੰਟੀਨਿਊਸ ਟੂ ਹੈਲਪ ਸੈਂਟਿਆਗੋ ਲਾਂਚ। ਤਾਂ ਜਿਹੜਾ ਮਾਨੋਲਿਨ ਹੁੰਦਾ ਉਹ ਸੈਂਟਿਆਗੋ ਦੀ ਹੈਲਪ ਕਰਦਾ ਰਹਿੰਦਾ, ਜਦਕਿ ਉਹ ਫਿਸ਼ਿੰਗ ਦੇ ਵਿੱਚ ਉਹਦੀ ਹੈਲਪ ਨਹੀਂ ਕਰਦਾ, ਲੇਕਿਨ ਉਹਦੇ ਲਈ ਕੁੱਕ ਕਰਦਾ ਹੈ, ਉਹਦੇ ਲਈ ਨਿਊਜ਼ਪੇਪਰ ਲੈ ਕੇ ਆਉਂਦਾ ਹੈਗਾ, ਉਹਦੇ ਲਈ ਸਭ ਬੈੱਡ ਬਣਾਉਂਦਾ ਹੈਗਾ। ਠੀਕ ਹੈ, ਉਸਦੀ ਸੇਵਾ ਪਾਣੀ ਕਰਦਾ। ਸੋ ਬੋਟ ਨੂੰ ਲਾਂਚ ਕਰਨ ਦੇ ਵਿੱਚ ਵੀ ਜਿਹੜਾ ਹੈ ਉਹ ਉਸਦੀ ਮਦਦ ਕਰਦਾ। ਹੀ ਆਲਵੇਜ਼ ਕੰਟੀਨਿਊਡ ਟੂ ਕੇਅਰ ਫॉर ਦ ਓਲਡ ਮੈਨ। ਤਾਂ ਹਮੇਸ਼ਾ ਹੀ ਉਹ ਬਜ਼ੁਰਗ ਆਦਮੀ ਦੀ ਸੈਂਟਿਆਗੋ ਦੀ ਮਦਦ ਕਰਦੇ, ਜਿਹੜਾ ਮਾਨੋਲਿਨ ਯੰਗ ਬॉय ਹੁੰਦਾ ਹੈ। ਅਪੋਨ ਹਿਜ਼ ਰਿਟਰਨ ਐਵਰੀ ਨਾਈਟ। ਹਰ ਰਾਤ ਨੂੰ ਜਦੋਂ ਸੈਂਟਿਆਗੋ ਆਪਣੀ ਬੋਟ ਲੈ ਕੇ ਆਉਂਦਾ ਹੈਗਾ ਸਮੁੰਦਰ ਤੋਂ, ਤਾਂ ਹਮੇਸ਼ਾ ਜਿਹੜਾ ਹੈਗਾ ਮਾਨੋਲਿਨ ਉਸਦੀ ਕੇਅਰ ਕਰਦਾ ਹੈਗਾ, ਉਸ ਲਈ ਖਾਣਾ ਪਕਾ ਕੇ ਦਿੰਦਾ ਹੈ। ਹੀ ਹੈਲਪਡ ਹਿਮ ਫॉर
ਹਿਜ਼ ਨੀਡ ਫॉर ਫੂਡ ਐਂਡ ਕਲੋਥ ਐਟਸੈਟਰਾ। तो फूड और क्लोथ की ਜਿਹੜੀ ਵੀ ਨੀਡ ਉਹਦੀ ओल्ड मैन ਦੀ ਹੁੰਦੀ ਸੀ ਤਾਂ ਉਹ ਪੂਰੀ ਕਰਦਾ ਸੀਗਾ ਮੈਨੋਲਿਨ। ਦੇ ਆਲਵੇਜ਼ ਟਾਕਡ ਅਬਾਊਟ ਬੇਸਬਾਲ ਲੈਜੈਂਡਸ ਜੋਏ ਡਿਮੈਕਿਓ। ਤਾਂ ਉਹ ਵੱਡੇ ਵੱਡੇ ਪਲੇਅਰਸ ਦੀ ਜਿਹੜੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਟਾਕਿੰਗ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ, ਗੱਲਾਂ ਬਾਤਾਂ ਮਾਰਨ ਦਾ, ਤਾਂ ਦੋਨੋਂ ਜਣੇ ਜੇ ਕਾਫੀ ਦੇਰ ਤੱਕ ਜਿਹੜੀ ਹੈ ਬੇਸਬਾਲ ਲੈਜੈਂਡਸ ਦੀ ਲॉयंस ਦੀਆਂ ਗੱਲਾਂ ਜਿਹੜੀਆਂ ਸੀ ਕਰਦੇ ਰਹਿੰਦੇ ਸੀਗੇ। ਸੈਂਟੀਆਗੋ ਵਾਜ਼ ਕੌਨਫੀਡੈਂਟ ਦੈਟ ਹੀਜ਼ ਸਟ੍ਰੀਕ ਆਫ ਫੇਲਰ ਵਿਲ ਸੂਨ ਐਂਡ ਹੀ ਵੁੱਡ ਬੀ ਏਬਲ ਟੂ ਕੈਚ ਅ ਫਿਸ਼। ਹੁਣ ਸੈਂਟੀਆਗੋ ਨੂੰ ਬਿਲਕੁਲ ਵਿਸ਼ਵਾਸ ਸੀ, ਕੌਨਫੀਡੈਂਸ ਸੀ ਕਿ ਜਿਹੜਾ ਉਹਦਾ ਫੇਲੀਅਰ ਦਾ ਧੱਬਾ ਲੱਗਿਆ ਉਸਦੇ ਉੱਤੇ ਉਹ ਜਲਦੀ ਹੀ ਖਤਮ ਹੋ ਜਾਏਗਾ ਅਤੇ ਉਹ ਕੁਝ ਕੁ ਦਿਨਾਂ ਤੱਕ ਜਿਹੜਾ ਹੈ ਜਲਦੀ ਹੀ ਠੀਕ ਹੈ ਫਿਸ਼ ਨੂੰ ਪਕੜਨ ਦੇ ਵਿੱਚ ਕਾਮਯਾਬ ਹੋ ਜਾਏਗਾ। ਇਫ ਹੀ ਕੁਡ ਸੇਲ ਫਰਦਰ ਡਾਊਨ ਇਨਟੂ ਦ ਡੀਪ ਵਾਟਰਸ ਆਫ ਦ ਗੁਲਫ ਸਟਰੀਮ, ਕਿ ਜੇ ਮੈਂ ਹੋਰ ਡੂੰਘੀ ਪਾਰ ਉਤਰਿਆ ਗੁਲਫ ਸਟਰੀਮ ਦੇ ਵਿੱਚ, ਥੋੜ੍ਹਾ ਜਿਹਾ ਹੋਰ ਦੂਰ ਗਿਆ ਪਾਣੀ ਦੇ ਵਿੱਚ, ਤਾਂ ਜਿਹੜਾ ਹੈ ਡੀਪ ਵਾਟਰ ਦੇ ਵਿੱਚ ਮਤਲਬ ਡੂੰਘਾਈ ਵਾਲੇ ਪਾਣੀ ਜਿੱਥੇ ਕਾਫੀ ਡੂੰਘਾ ਪਾਣੀ ਹੁੰਦਾ ਹੈ ਨਾ, ਤਾਂ ਉੱਥੇ ਗਿਆ ਤਾਂ ਮੈਨੂੰ ਜ਼ਰੂਰ ਹੀ ਜਿਹੜਾ ਹੈ ਕੋਈ ਨਾ ਕੋਈ ਫਿਸ਼ ਮਿਲ ਜਾਣੀ ਹੈ। तो 84 ਦਿਨਾਂ ਤੱਕ ਉਹ ਵਿਚਾਰਾ ਇੱਦਾਂ ਹੀ ਰਹਿੰਦਾ। ਔਨ ਦਾ 85th ਡੇ 85ਵੇਂ ਦਿਨ ਕੀ ਹੁੰਦਾ ਹੈ, ਮਨੋਲਿਨ ਹੈਲਪਡ ਸੈਂਟੀਆਗੋ ਟੂ ਲਾਂਚ ਹਿਜ਼ ਬੋਟ ਇਨਟੂ ਦ ਸੀ। ਤੇ ਮਨੋਲਿਨ ਹੈਲਪ ਕਰਦਾ ਸੈਂਟੀਆਗੋ ਦੀ ਉਸਦੀ ਬੋਟ ਜਿਹੜੀ ਹੈ ਲਾਂਚ ਕਰਨ ਦੇ ਵਿੱਚ, ਠੀਕ ਹੈ, ਸਮੁੰਦਰ ਦੇ ਵਿੱਚ ਲਾਂਚ ਕਰਨ 'ਚ, ਕਿਉਂਕਿ ਖਿੱਚ ਕੇ ਅੰਦਰ ਤੱਕ ਲੈ ਕੇ ਜਾਣੀ ਪੈਂਦੀ ਹੈ ਨਾ ਕਿਨਾਰੇ ਤੱਕ। ਤਾਂ ਸੈਂਟੀਆਗੋ ਡਰੋਪਡ 4 ਬੇਟਸ ऑफ डिफरेंट डेप्थ इनटू द सी। तो वो जोड़ा है सैंटियागो की करता है 4 बेट्स जड़ियाँ होंदियां ने, ठीक है। सो 4 बेट्स जड़ियाँ ने डेप्थ जड़ी होंदी है, डेप्थ डूंघाई समुद्र की, वो 4 जोड़ा हैगा बेट्स सिट दिंदा है। एट नून आ बिग फिश, फिर की होंदा है दोपहर के टाइम एक वड्डी सारी फिश विच इज़ अ मार्लिन, मार्लिन जड़ी होंदी है कॉट इन हिज हुक, तो उहदी हुक दे विच जड़ी है उहदी कुंडी पाई हुई होंदी है, तो उहदे विच फस जाती है। बिकॉज द मार्लिन इज़ सो बिग, क्योंकि मार्लिन बहुत ਵੱਡੀ ਹੁੰਦੀ ਹੈ, ਮੋਟੀ ਹੁੰਦੀ ਹੈ, ਸੋ ਇਸ ਕਰਕੇ ਜਿਹੜਾ ਹੈਗਾ ਕੁਡੰਟ ਪੁੱਲ ਇਟ, ਤਾਂ ਸੈਂਟੀਆਗੋ ਜਿਹੜਾ ਹੁੰਦਾ ਉਸਨੂੰ ਖਿੱਚ ਨਹੀਂ ਪਾਉਂਦਾ, ਪੁੱਲ ਨਹੀਂ ਕਰ ਪਾਉਂਦਾ, ਠੀਕ ਹੈ। 18 ਫੁੱਟ ਦੀ ਹੁੰਦੀ ਹੈ ਔਰ ਬਹੁਤ ਮੋਟੀ ਹੁੰਦੀ ਹੈਗੀ ਹੈ। ਹੀ ਮੇਡ ਅ ਗ੍ਰੇਟ ਐਫਰਟ ਟੂ ਪੁੱਲ ਦ ਮਾਰਲਿਨ ਟੂ ਦ ਬੋਟ ਬਟ ਮਾਰਲਿਨ ਗੇਵ ਅ ਟਫ ਚੈਲੰਜ। ਹੁਣ ਦੇਖੋ ਸੈਂਟੀਆਗੋ ਉਸਨੂੰ ਬਹੁਤ ਕੋਸ਼ਿਸ਼ ਕਰਦਾ ਹੈਗਾ ਕਿ ਮਾਰਲਿਨ ਨੂੰ ਉੱਪਰ ਤੱਕ ਖਿੱਚ ਲਵੇ ਬੋਟ ਦੇ ਵਿੱਚ, ਲੇਕਿਨ ਮਾਰਲਿਨ ਜਿਹੜੀ ਹੈ ਉਸਨੂੰ ਟਫ ਚੈਲੰਜ ਦਿੰਦੀ ਹੈ। ਬਿਕੋਜ਼ ਮਾਰਲਿਨ ਖੁਦ ਐਡੀ ਵੱਡੀ ਹੁੰਦੀ ਹੈ, ਤਾਕਤਵਰ ਹੁੰਦੀ ਹੈ, ਤਾਂ ਉਹ ਜਿਹੜੀ ਹੈਗੀ ਹੈ ਬੋਟ ਦੇ ਵਿੱਚ ਨਹੀਂ ਆਉਂਦੀ ਹੈਗੀ ਆ। ਫੋਰ 2 days, ਦੇਖੋ 2 ਦਿਨਾਂ ਦੀ ਜੱਦੋ ਜਹਿਦ ਚੱਲ ਰਹੀ ਹੁੰਦੀ ਹੈ। ਬੋਥ ਦਾ ਮਾਰਲਿਨ ਐਂਡ ਦ ਓਲਡ ਮੈਨ ਸੈਂਟੀਆਗੋ ਸਟਰਗਲ ਟੂ ਵਿਨ ਦ ਬੈਟਲ, ਦੋਨੋਂ ਹੀ ਲੜਾਈ ਜੱਦੋ ਜਹਿਦ ਜਿੱਤਣ ਲਈ ਜਿਹੜੇ ਹੁੰਦੇ ਮਾਰਲਿਨ ਜਿਹੜੀ ਫਿਸ਼ ਹੁੰਦੀ ਹੈ ਅਤੇ ਜਿਹੜਾ ਓਲਡ ਮੈਨ ਸੈਂਟੀਆਗੋ ਹੁੰਦਾ, ਦੋਨੋਂ ਹੀ ਸਟਰਗਲ ਕਰਦੇ ਨੇ, ਸੰਘਰਸ਼ ਕਰਦੇ ਨੇ। ਬੋਥ ਆਫ ਦੈਮ ਵਰ ਵਾਊਂਡਡ, ਬਹੁਤ ਹੀ ਜ਼ਿਆਦਾ ਦੋਨੋਂ ਜ਼ਖਮੀ ਹੋ ਜਾਂਦੇ ਨੇ। ਐਂਡ ਐਗਜ਼ੌਸਟਡ, ਅਤੇ ਬੁਰੀ ਤਰ੍ਹਾਂ ਹਾਫ ਚੁੱਕੇ ਹੁੰਦੇ ਨੇ। ਹੀ ਵਿਸ਼ਡ, ਹੁਣ ਸੈਂਟੀਆਗੋ ਵਿਸ਼ ਕਰਦਾ ਹੈ ਦੈਟ ਦ ਬॉय ਵੁੱਡ ਹੈਵ ਬੀਨ ਵਿਦ ਹਿਮ ਫॉर ਪੁਲਿੰਗ ਦਾ ਫਿਸ਼, ਕਿ ਜੇ ਕਾਸ਼ ਉਹ ਛੋਟਾ ਜਿਹੜਾ ਬੱਚਾ ਹੈ, ਉਹ ਲੜਕਾ ਹੈ ਮਨੋਲਿਨ, ਉਹਦੇ ਕੋਲ ਹੁੰਦਾ ਅਤੇ ਫਿਸ਼ ਨੂੰ ਖਿੱਚਣ ਵਿੱਚ ਜਿਹੜੀ ਹੈਗੀ ਉਹਦੀ ਮਦਦ ਕਰਦਾ, ਤਾਂ ਉਸਨੂੰ ਯਾਦ ਕਰਦਾ ਹੈਗਾ। ਔਨ ਦਾ 3rd ਡੇ, ਹੁਣ ਦੇਖੋ 2 ਦਿਨ ਜੱਦੋ ਜਹਿਦ ਚੱਲਦੀ ਹੈ। ਤੀਜੇ ਦਿਨ ਕੀ ਹੁੰਦਾ, ਦ ਫਿਸ਼ ਸਟਾਰਟਡ ਸਰਕਲਿੰਗ, ਜਿਹੜੀ ਫਿਸ਼ ਹੁੰਦੀ ਹੈ ਗੋਲ ਗੋਲ ਚੱਕਰ ਕੱਟਣੇ ਜਿਹੜੇ ਹੈ ਸਟਾਰਟ ਕਰ ਦਿੰਦੀ ਹੈ ਬੋਟ ਦੇ। ਐਂਡ ਸੈਂਟੀਆਗੋ ਵਾਜ਼ ਬੈਡਲੀ ਟਾਇਰਡ, ਹੁਣ ਸੈਂਟੀਆਗੋ ਜਿਹੜਾ ਹੈ ਬੁਰੀ ਤਰ੍ਹਾਂ ਥੱਕ ਜਾਂਦਾ, ਬਿਕੋਜ਼ ਉਹ ਜਿਹੜੀ ਹੈ ਗੇੜੇ ਕੱਟ ਰਹੀ ਹੁੰਦੀ ਹੈ। ਹੀ ਪੁੱਲਡ ਮਾਰਲਿਨ ਟੂਵਰਡਸ ਹਿਮ ਵਿਦ ਫੁੱਲ ਫੋਰਸ, ਹੁਣ ਉਹ ਜਿਹੜਾ ਹੈ ਸੈਂਟੀਆਗੋ ਮਾਰਲਿਨ ਨੂੰ ਆਪਣੇ ਵੱਲ ਪੂਰੀ ਤਾਕਤ ਨਾਲ ਖਿੱਚਦਾ। ਸੈਂਟੀਆਗੋ ਕਿਲਡ ਮਾਰਲਿਨ ਵਿਦ ਅ ਹਾਪੂਨ ਐਂਡ ਟਾਈਡ ਅਪ ਦਾ ਫਿਸ਼, ਉਹ ਕੀ ਕਰਦਾ ਹਾਪੂਨ ਨਾਲ ਉਸਨੂੰ ਮਾਰਦਾ ਹੈ, ਉਹ ਜਿਹੜੇ ਉਹ ਚਲਾਉਣ ਵਾਲੇ ਹੁੰਦੇ ਨੇ, ਸੋ ਚੱਪੂ ਚਲਾਉਣ ਵਾਲੇ ਹੁੰਦੇ ਨੇ, ਠੀਕ ਹੈ, ਤਾਂ ਉਸਨੂੰ ਉਹਦੇ ਨਾਲ ਪਕੜਦਾ ਐਂਡ ਟਾਈਡ ਅਪ ਦਾ ਫਿਸ਼, ਅਤੇ ਫਿਸ਼ ਨੂੰ ਬੰਨ੍ਹ ਲੈਂਦਾ। ਹੀ ਸਟਾਰਟਡ ਹਿਜ਼ ਜਰਨੀ ਬੈਕ ਹੋਮ, ਅਤੇ ਉਸਨੂੰ ਜਿਹੜਾ ਹੈ ਮਾਰ ਕੇ ਜਿਹੜਾ ਹੈ ਉਸਨੂੰ ਬੰਨ੍ਹ ਲੈਂਦਾ ਹੈ ਅਤੇ ਫਿਰ ਆਪਣੀ ਜਰਨੀ ਸਟਾਰਟ ਕਰ ਲੈਂਦਾ। ਹੁਣ ਕਿਉਂਕਿ ਉਸਦਾ ਖੂਨ ਵਹਿ ਰਿਹਾ ਸੀਗਾ ਮਾਰਲਿਨ ਦਾ, ਸ਼ਾਰਕਸ ਗੋਟ ਅਟਰੈਕਟਡ ਟੂ ਮਾਰਲਿਨਸ ਬਲੱਡ ਐਂਡ ਦੇ ਅਟੈਂਪਟਡ ਟੂ ਈਟ ਇਟ, ਹੁਣ ਸ਼ਾਰਕਸ ਮਗਰ ਪੈ ਜਾਂਦੇ ਨੇ ਅਤੇ ਮਾਰਲਿਨ ਦਾ ਕਿਉਂਕਿ ਖੂਨ ਵਗ ਰਿਹਾ ਹੁੰਦਾ, ਸੋ ਤਾਂ ਕਰਕੇ ਜਿਹੜਾ ਹੈ ਉਹ ਉਸਨੂੰ ਖਾਣ ਦੀ ਕੋਸ਼ਿਸ਼ ਕਰਦੇ ਨੇ। ਸੈਂਟੀਆਗੋ ਹਿਟ ਦਾ ਸ਼ਾਰਕਸ ਬਟ ਹੀ ਲੋਸਟ ਹਿਜ਼ ਵੈਪਨ, ਹੁਣ ਫਿਰ ਦੁਬਾਰਾ ਉਹ ਉਸਨੂੰ ਕੀ ਕਰਦਾ, ਮਾਰ ਦਿੰਦਾ ਹੈਗਾ, ਸ਼ਾਰਕ ਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਹਿੱਟ ਕਰਦਾ ਸ਼ਾਰਕ ਨੂੰ, ਬਟ ਜਿਹੜਾ ਹੈ ਉਸਦਾ ਹਥਿਆਰ ਜਿਹੜਾ ਹੈ ਮਾਰਨ ਵਾਲਾ ਉਹ ਗਿਰ ਜਾਂਦਾ, ਗੁੰਮ ਜਾਂਦਾ, ਠੀਕ ਹੈ ਸੈਂਟੀਆਗੋ ਦਾ। ਲੇਟਰ ਔਨ, ਥੋੜ੍ਹੀ ਦੇਰ ਬਾਅਦ ਕੀ ਹੁੰਦਾ, ਮੋਰ ਐਂਡ ਮੋਰ ਸ਼ਾਰਕਸ ਸਟਾਰਟਡ ਚੇਜ਼ਿੰਗ ਦਾ ਮਾਰਲਿਨ, ਉਹਨਾਂ ਦੇ ਪਿੱਛੇ ਜਿਹੜਾ ਉਹਨਾਂ ਦੀ ਬੋਟ ਦੇ ਪਿੱਛੇ ਸੈਂਟੀਆਗੋ ਦੀ ਹੋਰ ਵੀ ਜ਼ਿਆਦਾ ਜਿਹੜੀਆਂ ਸ਼ਾਰਕਸ ਨੇ ਉਹ ਪਿੱਛਾ ਕਰਨਾ ਸਟਾਰਟ ਕਰ ਦਿੰਦੀਆਂ ਅਤੇ ਜਿਹੜਾ ਹੈ ਉਹਨੂੰ ਇੱਕ ਇੱਕ ਕਰਕੇ ਬੁਰਕੀਆਂ ਮਾਰਨੀਆਂ ਮਾਰਲਿਨ ਨੂੰ ਸਟਾਰਟ ਕਰ ਦਿੰਦੀਆਂ ਨੇ। ਸੈਂਟੀਆਗੋ ਮੇਡ ਹਿਜ਼ ਓਨ ਵੈਪਨ ਬਾਏ ਸਟ੍ਰੈਪਿੰਗ ਅ ਨਾਈਫ ਐਟ ਦ ਬੈਕ ਆਫ ਦ ਹਲ, ਤਾਂ ਹਲ ਦੀ ਬੈਕ ਦੇ ਉੱਤੇ ਇੱਕ ਨਾਈਫ ਜਿਹੜਾ ਹੈ ਉਸਨੂੰ ਟੱਕ ਕਰਕੇ ਜਿਹੜਾ ਹੈ ਉਹ ਇੱਕ ਹਥਿਆਰ ਤਿਆਰ ਕਰ ਲੈਂਦਾ ਹੈ
ਜਿਹੜਾ ਸੈਂਟੀਆਗੋ ਹੁੰਦਾ ਹੈ, ਤਾਂ ਕਿ ਉਹ ਮਾਰਲਿਨ ਨੂੰ ਬਚਾ ਲੇ, ਕਿਉਂਕਿ ਮਾਰਲਿਨ ਨੂੰ ਉਸਨੇ ਘਰ ਲੈ ਕੇ ਜਾਣਾ ਹੁੰਦਾ ਹੈ। ਹੀ ਵਾਜ਼ ਏਬਲ ਟੂ ਹਿਟ 5 ਸ਼ਾਰਕਸ ਬਟ ਹੀ ਵਾਜ਼ ਟਾਇਰਡ ਆਲਸੋ। ਹੁਣ ਦੇਖੋ 5 ਸ਼ਾਰਕਸ ਨੂੰ ਤਾਂ ਉਹ ਹਿੱਟ ਕਰ ਲੈਂਦਾ, ਠੀਕ ਹੈ, ਲੇਕਿਨ ਉਹ ਬਹੁਤ ਜ਼ਿਆਦਾ ਥੱਕ ਜਾਂਦਾ ਬਿਕੋਜ਼ ਸ਼ਾਰਕਸ ਵੀ ਬਹੁਤ ਜ਼ਿਆਦਾ ਤੇਜ਼ ਹੁੰਦੀਆਂ, ਬਹੁਤ ਤਾਕਤਵਰ ਹੁੰਦੀਆਂ ਨੇ। ਸ਼ਾਰਕਸ ਕੈਪਟ ਔਨ ਚੇਜ਼ਿੰਗ, ਲੇਕਿਨ ਕੁਝ ਸ਼ਾਰਕਸ ਜਿਹੜੀਆਂ ਨੇ ਫਿਰ ਵੀ ਪਿੱਛਾ ਕਰਦੀਆਂ ਰਹੀਆਂ। ਮਾਰਲਿਨ ਵਾਜ਼ ਕੰਪਲੀਟਲੀ ਈਟਨ ਬਾਈ ਦ ਸ਼ਾਰਕਸ। ਹੁਣ ਦੇਖੋ ਮਾਰਲਿਨ ਜਿਹੜੀ ਸੀ 18 ਫਿਟ ਦੀ ਮੱਛੀ ਸੀ, ਤਾਂ ਉਹ ਜਿਹੜੀ ਹੈ ਕੰਪਲੀਟਲੀ ਸ਼ਾਰਕਸ ਦੇ ਦੁਆਰਾ ਖਾਈ ਜਾਂਦੀ ਹੈਗੀ ਹੈ। ਓਨਲੀ ਸਕੈਲਟਨ ਵਾਜ਼ ਲੈਫਟ ਬਿਹਾਈਂਡ, ਸਿਰਫ ਔਰ ਸਿਰਫ ਪਿੱਛੇ ਉਹਦਾ ਕੀ ਰਹਿ ਜਾਂਦਾ, ਪਿੰਜਰ ਮਾਰਲਿਨ ਦਾ। ਦ ਨੈਕਸਟ ਡੇ ਸੈਂਟੀਆਗੋ ਰੀਚਡ ਦਾ ਸ਼ੋਰ। ਤਾਂ ਅਗਲੀ ਸਵੇਰ ਕੀ ਹੁੰਦਾ, ਅਗਲੇ ਦਿਨ ਦੀ ਸਵੇਰ, ਤਾਂ ਜਿਹੜਾ ਅਗਲੇ ਦਿਨ ਸੈਂਟੀਆਗੋ ਜਿਹੜਾ ਹੈ ਆਪਣੇ ਸ਼ੋਰ 'ਤੇ ਪਹੁੰਚਦਾ ਜਿੱਥੇ ਉਹ ਰਹਿੰਦਾ ਹੈ, ਕਿਨਾਰੇ 'ਤੇ ਸ਼ੋਰ ਹੁੰਦਾ ਕਿਨਾਰਾ। ਹੀ ਲੈਫਟ ਦਾ ਸਕੈਲਟਨ ਇਨ ਦਾ ਬੋਟ ਐਂਡ ਵਾਜ਼ ਡਿਸਕਵਰਡ ਬਾਈ ਅ ਗਰੁੱਪ ਆਫ ਫਿਸ਼ਰਮੈਨ। ਹੁਣ ਉਹ ਕੀ ਕਰਦਾ ਹੈ, ਬੋਟ ਦੇ ਵਿੱਚ ਹੀ 18 ਫੁੱਟ ਬੋਟ ਦੇ ਜਿਹੜਾ ਹੈਗਾ ਸਕੈਲਟਨ ਦੇ ਨਾਲ ਹੀ ਬੋਟ ਨੂੰ ਛੱਡ ਕੇ ਜਿਹੜਾ ਹੈਗਾ 18 ਫੀਟ ਦਾ ਜਿਹੜਾ ਸਕੈਲਟਨ ਹੁੰਦਾ ਹੈ, ਅਤੇ ਉਹ ਜਿਹੜਾ ਹੈਗਾ ਘਰੇ ਆ ਜਾਂਦਾ ਹੈ। ਅਤੇ ਫਿਰ ਫਿਸ਼ਰਮੈਨ ਨੇ ਜਿਹੜੇ ਉਹ 18 ਫੁੱਟ ਦੀ ਜਿਹੜੀ ਹੈ ਮਾਰਲਿਨ ਨੂੰ ਦੇਖਦੇ ਨੇ, ਕੋਈ ਕੁਛ ਦੇਖਦਾ, ਕੋਈ ਕੁਛ ਦੇਖਦਾ, ਅਤੇ ਹੈਰਾਨ ਹੁੰਦੇ ਨੇ ਸੈਂਟੀਆਗੋ 'ਤੇ ਵੀ ਐਡੀ ਵੱਡੀ ਫਿਸ਼ ਜਿਹੜੀ ਹੈਗੀ ਹੈ ਇਸਨੇ ਪਕੜ ਲਈ ਸੀ। ਫਿਸ਼ਰਮੈਨ ਵਰ ਸਰਪ੍ਰਾਈਜ਼, ਸਾਰੇ ਦੇ ਸਾਰੇ ਹੈਰਾਨ ਹੋ ਗਏ ਸੀਗੇ। ਦੇ ਵਰ ਫਿਲਡ ਵਿਦ ਗ੍ਰੇਟ ਰਿਸਪੈਕਟ ਐਂਡ ਐਡਮਾਇਰੇਸ਼ਨ ਫॉर ਦ ਓਲਡ ਮੈਨ, ਅਤੇ ਉਹਨਾਂ ਦੇ ਸੈਂਟੀਆਗੋ ਲਈ ਉਹਨਾਂ ਦੇ ਦਿਲ ਵਿੱਚ ਫਿਰ ਦੁਬਾਰਾ ਰਿਸਪੈਕਟ ਅਤੇ ਸਨੇਹ ਜਿਹੜਾ ਸੀਗਾ ਉਹ ਪੈਦਾ ਹੋ ਜਾਂਦਾ ਹੈ। ਦੇ ਆਸਕਡ ਮਨੋਲਿਨ ਟੂ ਐਪੋਲੋਜਾਈਜ਼ ਫॉर देयर ਬਿਹਾਫ, ਤਾਂ ਉਹ ਮਨੋਲਿਨ ਨੂੰ ਭੇਜਦੇ ਨੇ ਕਿ ਸਾਡੇ ਲਈ ਤੂੰ ਮਾफ़ੀ ਮੰਗ ਕੇ ਆ, ਸਾਡੀ ਤਰਫ ਤੋਂ ਵੀ, ਠੀਕ ਹੈ। ਸੋ ਮਨੋਲਿਨ ਫਾਊਂਡ ਹਿਮ ਸਲੀਪਿੰਗ ਇਨ ਹੋਮ, ਤਾਂ ਮਨੋਲਿਨ ਜਿਹੜਾ ਹੈਗਾ ਸੈਂਟੀਆਗੋ ਨੂੰ, ਕਿਉਂਕਿ 85 ਡੇਜ਼ ਤੋਂ ਜਹਿਦ ਕਰ ਰਿਹਾ ਸੀਗਾ ਬਜ਼ੁਰਗ ਆਦਮੀ, ਠੀਕ ਹੈ, ਅਤੇ ਕਾਫੀ ਦਿਨਾਂ ਤੋਂ ਉਹ ਵਿਚਾਰਾ ਜਿਹੜਾ ਹੈਗਾ ਉਸਨੂੰ ਖਾਣ ਪੀਣ ਨੂੰ ਵੀ ਨਹੀਂ ਸੀ ਮਿਲਿਆ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਉਹ ਜਦੋਂ ਵਾਪਿਸ ਆਉਂਦਾ ਹੈਗਾ ਤਾਂ ਬੁਰੀ ਤਰ੍ਹਾਂ ਥੱਕਿਆ ਹੋਇਆ ਹੁੰਦਾ ਹੈਗਾ, ਕਿਉਂਕਿ 2-3 ਦਿਨ ਹੋ ਗਏ ਸੀ ਜਹਿਦ ਕਰਦੇ ਨੂੰ, 84 ਡੇਜ਼ ਹੋ ਗਏ ਸੀ ਕਿ ਉਸਨੂੰ ਕੁਝ ਮਿਲ ਨਹੀਂ ਸੀ ਰਿਹਾ, ਤਾਂ ਕੁਝ ਖਾ ਵੀ ਨਹੀਂ ਸੀ ਰਿਹਾ। ਸੋ ਮਨੋਲਿਨ ਜਿਹੜਾ ਹੁੰਦਾ ਉਸ ਲਈ ਕੌਫੀ ਵੀ ਪ੍ਰੀਪੇਅਰ ਕਰਦਾ ਹੈਗਾ ਐਂਡ ਪ੍ਰੋਮਿਸ ਟੂ ਗੋ ਫॉर ਫਿਸ਼ਿੰਗ ਟੂਗੈਦਰ, ਅਤੇ ਉਹ ਇਹ ਵੀ ਪ੍ਰੋਮਿਸ ਕਰਦਾ ਹੈਗਾ ਕਿ ਮੈਂ ਤੇਰੇ ਲਈ ਫਿਸ਼ਿੰਗ ਕਰਨ ਤੇਰੇ ਨਾਲ ਜਾਇਆ ਕਰਾਂਗਾ, ਕਿਉਂਕਿ ਉਹਦੇ ਪੇਰੈਂਟਸ ਵੀ ਜਿਹੜੇ ਹੈਗੇ ਬਹੁਤ ਖੁਸ਼ ਹੁੰਦੇ ਨੇ ਕਿ ਵੀ ਐਡੀ ਵੱਡੀ ਮੱਛੀ ਜਿਹੜੀ ਸੀ ਇਹਨੇ ਕੰਟਰੋਲ ਕਰ ਲਈ ਸੀ। ਸੋ ਆਫਟਰ ਦੈਟ ਦ ਓਲਡ ਮੈਨ ਸੈਂਟੀਆਗੋ ਵੈਂਟ ਟੂ ਸਲੀਪ ਅਗੇਨ, ਫਿਰ ਜਿਹੜਾ ਸੀਗਾ ਇਹ ਗੱਲਾਂ ਕਰਕੇ ਜਿਹੜਾ ਸੈਂਟੀਆਗੋ ਫਿਰ ਦੁਬਾਰਾ ਸੌਂ ਗਿਆ ਜਾਂ ਸੌਣ ਲਈ ਚਲਾ ਗਿਆ। ਐਂਡ ਸਟਾਰਟਡ ਡਰੀਮਿੰਗ ਆਫ ਪਲੇਇੰਗ ਵਿਦ ਦ ਲਾਇਨਸ ਇਨ ਅਮੈਰੀਕਾ, ਅਤੇ ਅਮੈਰੀਕਾ ਦੇ ਲਾਇਨਸ ਦੇ ਨਾਲ ਜਿਹੜਾ ਹੈ ਸੁਪਨਿਆਂ ਦੇ ਵਿੱਚ ਉਹ ਖੇਡਣ ਲੱਗ ਗਿਆ। ਸੋ ਇਹ ਸੀ ਸਮਰੀ ਥੀਮ ਯੂ ਕੈਨ ਸੇ। ਸੋ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਏਗਾ। ਮਿਲਦੇ ਹਾਂ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।